ਪ੍ਰੋਗਰਾਮ ਮੁੱਦਾ ਯੂਐਸ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਜਿਵੇਂ ਸਾਡੇ ਦਰਸ਼ਕ ਜਾਣਦੇ ਨੇ ਕਿ ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਦਾ ਇਸ ਵੇਲੇ ਕਹਿਰ ਵਰਤ ਰਿਹਾ ਹੈ ਔਰ ਬਹੁਤ ਸਾਰੇ ਸਾਡੇ ਇਸ ਵੇਲੇ ਦਰਸ਼ਕ ਨੇ ਜਿਹੜੇ ਦੁਨੀਆ ਭਰ ਦੇ ਵਿੱਚ ਆਪਣੇ ਬੱਚਿਆਂ ਦੇ ਬਾਰੇ ਜਾਣਨਾ ਚਾਹੁੰਦੇ ਨੇ ਕਿ ਜਿਹੜੇ ਬੱਚੇ ਅਮਰੀਕਾ ਦੇ ਵਿੱਚ ਇਸ ਵੇਲੇ ਪੜ੍ਹ ਰਹੇ ਨੇ ਜਾਂ ਜਿਹੜੇ ਲੋਕ ਇੱਥੇ ਆਏ ਹੋਏ ਸੀ ਉਹ ਇੱਥੇ ਫਸੇ ਹੋਏ ਨੇ। ਕਾਫੀ ਇੱਥੋਂ ਦੀ ਅੰਬੈਸੀ ਨੇ ਇਹਨਾਂ ਸਟੂਡੈਂਟਸ ਦੀ ਹੈਲਪ ਕੀਤੀ ਆ, ਪਰ ਇਸ ਵੇਲੇ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਅਮਰੀਕਾ ਨੂੰ ਪੜਾਵਰ ਖੋਲ੍ਹਣ ਦੀ ਗੱਲ ਕੀਤੀ ਗਈ ਹੈ ਤਾਂ ਹੁਣ ਇਹ ਸਾਰੀ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੈ ਔਰ ਉਹਨਾਂ ਬੱਚਿਆਂ ਦੇ ਬਾਰੇ ਅਮਰੀਕਾ ਦੇ ਵਿੱਚ ਰਹਿੰਦੇ ਹੋਇਆ ਇੰਡੀਅਨ ਅੰਬੈਸੀ ਨੇ ਕੀ ਕੀਤਾ ਹੈ। ਇਸ ਵੇਲੇ ਅਸੀਂ ਇੰਡੀਆ ਹਾਊਸ ਦੇ ਵਿੱਚ ਹਾਂ, ਯਾਨੀ ਜਿਹੜੇ ਇੱਥੋਂ ਦੇ ਅੰਬੈਸਡਰ ਤਰਨਜੀਤ ਸੰਧੂ ਹੋਰਾਂ ਦਾ ਆਫੀਸ਼ੀਅਲ ਰੈਜ਼ੀਡੈਂਸ ਆ। ਬਹੁਤ ਬਹੁਤ ਸਵਾਗਤ ਹੈ ਟਾਈਮ ਦੇਣ ਲਈ ਸਰ। ਥੈਂਕ ਯੂ ਧੰਨਵਾਦ ਸਾਹਿਬ। ਥਰੂ ਯੂ it's also a great pleasure to talk to our brothers and sisters in Punjab. ਭਾਜੀ ਪਤਾ ਹੈ ਬਹੁਤ ਤੁਹਾਡੇ ਰੁਝੇਵੇਂ ਨੇ ਔਰ ਤੁਸੀਂ ਮੀਟਿੰਗ ਦੇ ਵਿੱਚੋਂ ਟਾਈਮ ਦਿੱਤਾ, ਪਰ ਸਾਡੇ ਦਰਸ਼ਕਾਂ ਦਾ ਬਹੁਤ ਵੱਡਾ ਕੰਸਰਨ ਹੈ ਇਸ ਵੇਲੇ ਕਿ ਜਿਹੜੇ ਬੱਚੇ ਇਸ ਵੇਲੇ ਇੱਥੇ ਅਮਰੀਕਾ ਦੇ ਵਿੱਚ ਪੜ੍ਹਨ ਆਏ ਸੀਗੇ, ਪਿਛਲੇ ਦਿਨਾਂ ਦੇ ਵਿੱਚ ਤੁਹਾਡੀਆਂ ਇੰਟਰਵਿਊਜ਼ ਵੀ ਵੇਖੀਆਂ ਨੇ ਔਰ ਉਹਨਾਂ ਨੇ ਗੱਲਬਾਤ ਵੀ ਸੁਣੀ ਆ, ਸਾਨੂੰ ਤਾਜ਼ਾ ਹਾਲਾਤ ਕੀ ਨੇ ਇਹਨਾਂ ਦੇ ਬਾਰੇ ਤੁਸੀਂ ਜੇ ਜਾਣਕਾਰੀ ਦੇ ਸਕੋ ਤੇ। ਦੇਖੋ ਧੰਨਵਾਦ ਸਾਹਿਬ, ਟੋਟਲ 'ਚ ਇੱਥੇ 650,000 ਕੇਸਿਸ ਨੇ USA 'ਚ ਜਿਨ੍ਹਾਂ ਨੂੰ ਹੋਇਆ ਹੈ ਔਰ ਉਹਦੇ 'ਚੋਂ ਆਲਮੋਸਟ 1/3 ਨਿਊਯਾਰਕ ਸਟੇਟ 'ਚ ਹੈਗੇ ਨੇ, ਖਾਸ ਤੌਰ 'ਤੇ ਨਿਊਯਾਰਕ ਸਿਟੀ 'ਚ ਨੇ ਔਰ 5 ਹੀ ਸਟੇਟਾਂ 'ਚ ਇਸ ਵੇਲੇ ਕੇਸਿਸ ਹੈਗੇ ਨੇ ਐਂਡ 90% ਆਫ USA ਇਜ਼ ਅੰਡਰ ਲਾਕਡਾਊਨ। ਸੋ ਇਸ ਹਾਲਾਤ 'ਚ ਸਾਡੇ ਤੁਸੀਂ ਸਟੂਡੈਂਟਸ ਦਾ ਮੈਂਸ਼ਨ ਕੀਤਾ, ਮੈਂ ਬਰੋਡਰ ਕਮਿਊਨਿਟੀ ਦਾ ਵੀ ਮੈਂਸ਼ਨ ਕਰ ਦੇਣਾ ਹੈ। ਇੱਥੇ ਇੰਡੀਅਨ ਨੈਸ਼ਨਲਸ ਟੋਟਲ 'ਚ 600,000 ਗ੍ਰੀਨ ਕਾਰਡ ਹੋਲਡਰਸ ਹੈਗੇ ਨੇ, ਜਿਹਦੇ ਉਹਦੇ ਤੋਂ ਇਲਾਵਾ 125,000 H1B ਵੀਜ਼ਾਸ 'ਚ ਹੈਗੇ ਨੇ ਅਤੇ 200,000 ਇੱਥੇ ਇੰਡੀਅਨ ਸਟੂਡੈਂਟਸ ਹੈਗੇ ਨੇ। ਇਹਨਾਂ ਸਾਰਿਆਂ 'ਚੋਂ ਇਸ ਵੇਲੇ ਸਾਨੂੰ ਜਿਹੜੇ ਇੰਡੀਅਨ ਨੈਸ਼ਨਲਸ ਦੇ ਕੇਸਿਸ ਨੇ ਉਹ ਟੋਟਲ 35 ਕੇਸਿਸ ਨੇ, ਜਿਨ੍ਹਾਂ 'ਚੋਂ 12 ਦੀ ਡੈਥ ਹੋਈ ਹੈ ਹਾਲੇ ਤੱਕ। ਸੋ ਰਿਲੇਟਿਵਲੀ ਸਾਡੇ ਜਿਹੜੇ ਇੰਡੀਅਨ ਨੈਸ਼ਨਲਸ ਨੇ ਦੇ ਆਰ ਪ੍ਰੈਕਟਿਸਿੰਗ ਜੋ ਵੀ ਮੈਡੀਕਲ ਐਡਵਾਈਸ ਦਿੱਤੀ ਜਾ ਰਹੀ ਹੈ ਔਰ ਇਸ ਟਾਈਮ 'ਤੇ ਜਿਹੜੇ ਘੱਟ ਕੇਸਿਸ ਨੇ ਉਹਦੇ ਤੋਂ ਸ਼ੋਅ ਕਰਦਾ ਹੈ ਕਿ ਲਾਰਜਲੀ ਇੰਡੀਅਨ ਕਮਿਊਨਿਟੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਚੀ ਹੋਈ ਹੈ। ਜਿਹੜਾ ਸਟੂਡੈਂਟਸ ਦਾ ਰੱਖਣ ਦਾ ਸੀਗਾ, ਕਿਉਂਕਿ ਯੂਨੀਵਰਸਿਟੀਜ਼ ਬੰਦ ਹੋ ਗਈਆਂ, ਡੋਰਮਸ ਬੰਦ ਕਰ ਦਿੱਤੇ ਗਏ ਔਰ ਉਹਨਾਂ ਦੇ ਰੱਖ ਰਖਾਅ ਦਾ ਤੁਸੀਂ ਕਿਸ ਤਰ੍ਹਾਂ ਨਾਲ ਇੰਤਜ਼ਾਮ ਕੀਤਾ? ਕਿੰਨੇ ਕੁ ਸਟੂਡੈਂਟਸ ਨੇ ਜਿਹੜੇ ਇਸ ਵੇਲੇ ਤੁਹਾਨੂੰ ਸਾਂਭਣੇ ਪੈ ਰਹੇ ਨੇ ਔਰ ਕਿਸ ਤਰ੍ਹਾਂ ਦਾ ਸਹਿਯੋਗ ਤੁਹਾਨੂੰ ਮਿਲ ਰਿਹਾ ਹੈ ਇੱਧਰਲੇ ਪਾਸੇ? ਸਟੂਡੈਂਟਸ ਦਾ ਇੱਕ ਅਲੱਗ ਏਰੀਆ ਹੈਗਾ ਔਰ ਉਹਦੇ ਕਾਫੀ ਇਸ਼ੂਜ਼ ਆਏ। ਤੁਹਾਡੀ ਗੱਲ ਸਹੀ ਹੈ। 11 ਮਾਰਚ ਨੂੰ WHO ਨੇ ਡਿਕਲੇਅਰ ਕੀਤਾ ਸੀ ਇਹ ਪੈਂਡੇਮਿਕ। ਅਸੀਂ ਉਸੇ ਦਿਨ ਹੀ ਹੈਲਪਲਾਈਨ ਕ੍ਰੀਏਟ ਕੀਤੀ, 24/7 ਹੈਲਪਲਾਈਨ ਕੰਮ ਕਰਦੀ, ਅੱਜ ਤੱਕ ਕਰ ਰਹੀ ਹੈਗੀ ਹੈ ਔਰ ਸਟੂਡੈਂਟਸ ਲਈ ਅਸੀਂ ਇੱਕ ਖਾਸ ਤੌਰ 'ਤੇ ਇੱਕ ਸੈਪਰੇਟ ਪਲੈਟਫਾਰਮ ਵੈਬਨੈਟ ਦਾ ਉਹਨਾਂ ਦਾ ਇੱਕ ਹੱਬ ਬਣਾਇਆ, ਜਿਹਦੇ ਥਾਣੀ ਅਸੀਂ ਹਰ ਇੱਕ ਯੂਨੀਵਰਸਿਟੀ ਦੇ ਨਾਲ ਕਨੈਕਟਡ ਹਾਂ, ਉਹਨਾਂ ਦੀ ਐਸੋਸੀਏਸ਼ਨ, ਔਰ ਉਹਦੇ ਥਰੂ ਅਸੀਂ ਸਟੂਡੈਂਟਸ ਨਾਲ ਅੱਜ ਤੱਕ ਦੀ ਫਿਗਰ ਜਿਹੜੀ ਹੈ ਉਹ 50,000 ਤੋਂ ਅਬਵ ਚਲੀ ਗਈ ਹੈ। ਸੋ ਇਹ ਸਾਰੇ ਮਾਧਿਅਮਸ ਇਨਕਲੂਡਿੰਗ ਫੇਸਬੁੱਕ, ਇਨਕਲੂਡਿੰਗ ਟਵਿੱਟਰ ਵਗੈਰਾ ਜਿਹੜੇ ਸੋਸ਼ਲ ਹੈਂਡਲਸ ਨੇ, ਇਹਨਾਂ ਦੇ ਥਰੂ ਸਾਨੂੰ ਸਟੂਡੈਂਟਸ ਕੋਲੋਂ ਪਤਾ ਲੱਗਾ ਸੀਗਾ ਕਿ ਇੱਕ ਉਹਨਾਂ ਨੂੰ ਅਕੋਮੋਡੇਸ਼ਨ ਦੀ ਪ੍ਰੋਬਲਮ ਆਈ, ਦੂਸਰੀ ਕਈਆਂ ਨੂੰ ਫੂਡ ਵਗੈਰਾ ਦੀ ਪ੍ਰੋਬਲਮ ਆਈ, ਤੀਸਰੀ ਕਈਆਂ ਨੂੰ ਮੈਡੀਕਲ ਦੀ ਪ੍ਰੋਬਲਮ ਆਈ। ਇਹ ਤਿੰਨੋਂ ਅਸੀਂ ਹੱਲ ਕੀਤੀਆਂ ਨੇ। ਪਹਿਲੇ ਅਸੀਂ ਯੂਨੀਵਰਸਿਟੀਜ਼ ਸਾਰਿਆਂ ਨਾਲ ਕੰਟੈਕਟ ਕੀਤਾ। ਮੋਸਟ ਆਫ ਦ ਸਟੂਡੈਂਟਸ ਹੈਵ ਬੀਨ ਅਕੋਮੋਡੇਟਿਡ ਬਾਈ ਦ ਯੂਨੀਵਰਸਿਟੀਜ਼। ਮੋਸਟ ਆਫ ਦ ਸਟੂਡੈਂਟਸ ਹੈਵ ਗੋਟ ਰੈਜ਼ੀਡੈਂਸਿਸ ਦੇਅਰ। ਜਿਨ੍ਹਾਂ ਨੂੰ ਨਹੀਂ ਮਿਲੀਆਂ ਉਹਨਾਂ ਨੂੰ ਅਸੀਂ ਅਕੋਮੋਡੇਸ਼ਨ ਲਈ ਹੈਲਪ ਕੀਤੀ। ਇਹਦੇ 'ਚ ਖਾਸ ਤੌਰ 'ਤੇ ਇੰਡੀਅਨ ਅਮਰੀਕਨ ਕਮਿਊਨਿਟੀ ਜਿਹੜੀ ਹੈ, ਜਿਹੜੇ ਕਾਫੀ ਹੋਟਲਸ ਔਰ ਮੋਟਲਸ ਓਨ ਕਰਦੇ ਨੇ, ਇਹਨਾਂ ਨੇ ਬੜਾ ਹੈਲਪਿੰਗ ਹੈਂਡ ਕੀਤਾ। ਇੱਥੇ ਆਹੋਆ ਕਰਕੇ ਇੱਕ ਆਰਗੇਨਾਈਜੇਸ਼ਨ ਹੈ, ਉਹਨਾਂ ਨੇ ਦੇ ਕੇਮ ਫਾਰਵਰਡ, ਉਹਨਾਂ ਨੇ ਫ੍ਰੀ ਅਕੋਮੋਡੇਸ਼ਨ ਆਫਰ ਕੀਤੀ। ਸੋ ਕਈ ਸਟੂਡੈਂਟ ਸਾਡੇ ਉਹਦੇ 'ਚ ਅਕੋਮੋਡੇਟ ਹੋਏ। ਫਿਰ ਫੂਡ ਵਗੈਰਾ 'ਚ ਵੀ ਉਹਨਾਂ ਨੇ ਹੈਲਪ ਕੀਤੀ
ਮੈਡੀਕਲ ਅਸਿਸਟੈਂਸ ਸਪੈਸ਼ਲੀ ਐਮਰਜੈਂਸੀ ਮੈਡੀਕਲ ਅਸਿਸਟੈਂਸ 'ਚ ਇੰਡੀਅਨ ਡਾਕਟਰਸ ਜਿਹੜੇ ਸੀਗੇ ਉਹਨਾਂ ਨੇ ਵਾਇਆ ਟੈਲੀਫੋਨ ਅਟੈਂਡ ਕੀਤਾ, ਜਿਹੜੀਆਂ ਦਵਾਈਆਂ ਚਾਹੀਦੀਆਂ ਸੀ ਉਹ ਫਾਰਮੇਸੀਜ਼ ਨੂੰ ਕੀਤੀਆਂ। ਸੋ ਇਸ ਤਰ੍ਹਾਂ ਅਸੀਂ ਸਟੂਡੈਂਟਸ ਦਾ ਜਿਹੜਾ ਇਸ਼ੂ ਹੈਗਾ ਹੈ ਉਹ ਵੀ ਹੈਵ ਬੀਨ ਏਬਲ ਟੂ ਟੈਕਲ। ਅਤੇ ਉਹਨਾਂ ਦੇ ਜਿਹੜੇ ਪੇਰੈਂਟਸ ਨੇ ਅਸੀਂ ਉਹਨਾਂ ਨੂੰ ਇਹੋ ਹੀ ਐਡਵਾਈਸ ਦੇਵਾਂਗੇ ਕਿ ਤੁਸੀਂ ਪਲੀਜ਼ ਇੱਕ ਜਿਹੜੀ ਮੈਡੀਕਲ ਡਾਇਰੈਕਸ਼ਨਸ ਦਿੱਤੀਆਂ ਜਾ ਰਹੀਆਂ ਨੇ, ਜਿਹੜੀਆਂ ਯੂਨੀਵਰਸਿਟੀ ਲੈਵਲ 'ਤੇ ਹੋਈਆਂ ਨੇ, ਜਿਹੜੀਆਂ ਰੀਜਨਲ ਲੈਵਲ 'ਤੇ ਹੋ ਰਹੀਆਂ ਨੇ, ਜਿਹੜੀਆਂ US ਲੈਵਲ 'ਤੇ ਹੋਈਆਂ ਨੇ, ਇੰਡੀਆ 'ਚ ਵੀ ਦਿੱਤੀ ਜਾ ਰਹੀ ਹੈ, ਜਿਹੜੇ ਮੈਡੀਕਲ ਐਕਸਪਰਟਸ ਦੀ ਐਡਵਾਈਸ ਹੈ ਕਿ ਇੱਕ ਜਿੱਥੇ ਹੈਗੇ ਹੋ ਉੱਥੇ ਹੀ ਰਹੋ, ਦੂਸਰਾ ਆਪਣਾ ਸੋਸ਼ਲ ਡਿਸਟੈਂਸ ਮੇਨਟੇਨ ਕਰੋ। ਔਰ most of our students are following that. That is why our cases are limited. ਤੇ ਉਹ ਸਭ ਠੀਕ ਠਾਕ ਨੇ, ਸਾਡੇ ਨਾਲ ਇਨ ਟੱਚ ਹੈਗੇ ਨੇ, ਜਿੱਥੇ ਐਮਰਜੈਂਸੀ ਹੋਏਗੀ ਅਸੀਂ ਉੱਥੇ ਉਹਨਾਂ ਦੀ ਹੈਲਪ ਕਰਾਂਗੇ ਜੀ। ਸੋ ਇਸ ਕਰਕੇ ਥੋੜ੍ਹਾ ਜਿਹਾ ਪੇਸ਼ੈਂਸ ਦੀ ਜ਼ਰੂਰਤ ਹੈ ਔਰ ਥੋੜ੍ਹੀ ਜਿਹੀ ਹਿੰਮਤ ਦਿਖਾਉਣ ਦੀ ਜ਼ਰੂਰਤ ਹੈ। ਇਹ ਜਿਹੜੀ ਹੈਲਥ ਐਮਰਜੈਂਸੀ ਹੈ ਇਹ ਅਨਨੋਨ ਹੈਗੀ ਹੈ, ਇਹ ਸਾਰੇ ਹੀ ਅਸੀਂ ਇਕੱਠੇ ਹੋ ਕੇ ਫੇਸ ਕਰ ਰਹੇ ਹਾਂ। ਐਬਸੋਲਿਊਟਲੀ। ਹਾਲਾਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਹੁਣ ਇਹਨੂੰ ਪੜਾਅਦਾਰ ਖੋਲ੍ਹਣ ਦੀ ਗੱਲ ਕੀਤੀ ਆ, ਪਰ ਅਜੇ ਵੀ ਇਹ ਡਿਪੈਂਡ ਕਰਦਾ ਹੈ ਸਾਰਾ ਕਿ ਗਵਰਨਰ ਕੀ ਸੋਚਦੇ ਨੇ, ਕੇਸਾਂ ਦੀ ਗਿਣਤੀ ਕਿਸ ਤਰ੍ਹਾਂ ਨਾਲ ਘਟਦੀ ਵੱਧਦੀ ਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਬਹੁਤ ਵੱਡਾ ਇਹ ਇੱਕ ਜਿਗਰਾ ਰੱਖ ਕੇ ਵੇਖਣ ਦੀ ਅਤੇ ਇਹਨੂੰ ਬਰਦਾਸ਼ਤ ਕਰਨ ਦੀ ਜ਼ਰੂਰਤ ਆ। ਤੁਸੀਂ ਗੱਲ ਕੀਤੀ ਹੈ ਕਿ ਕਈ ਸੰਸਥਾਵਾਂ ਨੇ ਹੈਲਪ ਕੀਤੀ ਆ। ਓਵਰਆਲ ਤੁਸੀਂ ਹੁਣ ਇੱਥੇ ਆਏ ਹੋ ਔਰ ਆਉਂਦਿਆਂ ਹੀ ਤੁਹਾਨੂੰ ਚੈਲੰਜ ਸਾਹਮਣਾ ਕਰਨਾ ਪੈ ਗਿਆ, ਬਹੁਤ ਵੱਡਾ ਚੈਲੰਜ ਹੈ, ਨੋ ਡਾਊਟ ਐਟ ਆਲ। ਹਜ਼ਾਰਾਂ ਹੀ ਕਾਲਾਂ ਆਉਂਦੀਆਂ ਨੇ, ਅਸੀਂ ਵੀ ਸੁਣ ਰਹੇ ਹਾਂ, ਤੁਹਾਡਾ ਸਾਰਾ ਸਟਾਫ ਲੱਗਾ ਹੈ ਔਰ ਇਹਦੀਆਂ ਅਸੀਂ ਖਬਰਾਂ ਵੀ ਨਸ਼ਰ ਕੀਤੀਆਂ ਨੇ। ਤੁਸੀਂ ਕਿਵੇਂ ਦੇਖਦੇ ਹੋ ਕਿ ਇੰਡੀਅਨ ਕਮਿਊਨਿਟੀ ਇਹਦੇ 'ਚ ਇਨ ਟੋਟੈਲਿਟੀ ਕਿਸ ਤਰ੍ਹਾਂ ਨਾਲ ਅੰਬੈਸੀ ਦੀ ਹੈਲਪ ਜਾਂ ਕਿਸ ਤਰ੍ਹਾਂ ਦੀ ਹੈਲਪ ਜੁਟਾ ਪਾਏ ਹੋ ਤੁਸੀਂ ਇੰਡੀਅਨ ਕਮਿਊਨਿਟੀ ਵੱਲੋਂ? ਇੰਡੀਅਨ ਕਮਿਊਨਿਟੀ ਨੇ ਇੱਕ ਬੜਾ ਪ੍ਰੋਮੀਨੈਂਟ ਰੋਲ ਪਲੇ ਕੀਤਾ ਹੈ। ਨਾਟ ਓਨਲੀ ਸਾਡੇ ਨਾਲ ਮੈਂ ਤੁਹਾਨੂੰ ਆਲਰੇਡੀ ਦੱਸਿਆ ਕਿ ਮੈਡੀਕਲ 'ਚ ਡਾਕਟਰਾਂ ਨੇ ਹੈਲਪ ਕੀਤੀ, ਹੋਟਲ ਓਨਰਸ ਨੇ ਹੈਲਪ ਕੀਤੀ, ਖਾਣੇ ਵਗੈਰਾ ਦੇ ਹੋਰ ਵੀ ਜਿੰਨੇ ਬੱਚਿਆਂ ਨੂੰ ਪ੍ਰੋਬਲਮਸ ਆਉਂਦੀ ਹੈ, ਦ ਮੋਮੈਂਟ ਕਮਿਊਨਿਟੀ ਨੂੰ ਪਤਾ ਲੱਗਦਾ ਹੈ ਉਸੇ ਸ਼ਹਿਰ 'ਚ ਉਹਨਾਂ ਦੀ ਹੈਲਪ ਕਰਦੇ ਨੇ। ਲੇਕਿਨ ਇੱਕ ਹੋਰ ਪਹਿਲੂ ਹੈਗਾ ਜਿਹੜਾ ਤੁਹਾਡੇ ਦਰਸ਼ਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਇੰਡੀਅਨ ਕਮਿਊਨਿਟੀ ਇੱਥੇ ਬਹੁਤ ਪ੍ਰੋਮੀਨੈਂਟਲੀ ਪਾਰਟੀਸਿਪੇਟ ਕਰ ਰਹੀ ਹੈ ਇਨ ਦਾ ਫਾਈਟ ਅਗੇਂਸਟ ਕਰੋਨਾ। ਸਾਡੇ ਡਾਕਟਰਸ ਫੋਰਫਰੰਟ 'ਚ ਨੇ, ਸਾਡੇ ਰਿਸਰਚ ਵਾਲੇ ਮੁੰਡੇ ਫੋਰਫਰੰਟ 'ਚ ਨੇ। ਔਰ ਇਹ ਵੀ ਯਾਦ ਰੱਖੋ ਕਿ ਜਿਹੜੇ ਸਾਡੇ ਸਟੂਡੈਂਟਸ ਨੇ ਇੱਥੇ, ਵਾਸਟ ਮੈਜੋਰਿਟੀ ਆਫ ਆਰ ਸਟੂਡੈਂਟਸ ਆਰ ਇਨ ਦ STEM ਏਰੀਆਜ਼। ਦੇ ਆਰ ਐਨ ਅਸੈਟ ਟੂ ਦ ਯੂਨਾਈਟਿਡ ਸਟੇਟਸ। ਸੋ ਇਸ ਕਰਕੇ ਵੀ ਫੀਲ ਵੈਰੀ ਪ੍ਰਾਊਡ ਕਿ ਇੰਡੀਅਨ ਕਮਿਊਨਿਟੀ ਡਿਫਰੈਂਟ ਏਰੀਆਜ਼ 'ਚ ਫੋਰਫਰੰਟ 'ਚ। ਹੁਣ ਇੱਕ ਛੋਟੀ ਜਿਹੀ ਬ੍ਰੇਕ ਦਾ ਵੇਲਾ ਹੋ ਗਿਆ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹੁਣੇ ਸਾਡੀ ਅੰਬੈਸਡਰ ਤਰਨਜੀਤ ਹੋਰਾਂ ਨਾਲ ਇਹ ਗੱਲਬਾਤ ਜਾਰੀ ਰਹੇਗੀ। ਤੁਹਾਡਾ ਬ੍ਰੇਕ ਤੋਂ ਬਾਅਦ ਸਵਾਗਤ ਹੈ। ਸਾਡੀ ਗੱਲਬਾਤ ਚੱਲ ਰਹੀ ਹੈ ਅੰਬੈਸਡਰ ਤਰਨਜੀਤ ਸਿੰਘ ਸੰਧੂ ਹੋਰਾਂ ਦੇ ਨਾਲ ਇੰਡੀਆ ਹਾਊਸ ਦੇ ਵਿੱਚ। ਅਸੀਂ ਸਰ ਗੱਲ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਨਾਲ ਇੰਡੀਅਨ ਕਮਿਊਨਿਟੀ ਨੇ ਹੈਲਪ ਕੀਤੀ ਆ, ਪਰ ਹੁਣ ਇਸ ਵੇਲੇ ਜਦੋਂ ਇੰਡੀਆ US ਰਿਲੇਸ਼ਨਸ਼ਿਪ ਦੇ ਵਿੱਚ ਬਹੁਤ ਵੱਡਾ ਵਰਲਡ ਵਾਈਡ ਇਹ ਕ੍ਰਾਈਸਿਸ ਆ। ਔਰ ਮੈਂ ਦੇਖਿਆ ਕਿ ਤੁਸੀਂ ਟਵੀਟ 'ਤੇ ਉਹ ਸਾਰੇ ਜਿਹੜੀ ਸ਼ਿਪਮੈਂਟ ਆਈ ਸੀ ਦਵਾਈਆਂ ਦੀ, ਉਹਦਾ ਜਦੋਂ ਟਵੀਟ ਕੀਤਾ ਸੀ ਤੇ ਨਾਟ ਓਨਲੀ ਕਿ ਇੰਡੀਅਨ ਕਮਿਊਨਿਟੀ ਨੇ ਇਹਨੂੰ ਐਪਰੀਸ਼ੀਏਟ ਕੀਤਾ, ਅਮਰੀਕਨ ਕਮਿਊਨਿਟੀ ਨੇ ਇਹਨੂੰ ਬਹੁਤ ਐਪਰੀਸ਼ੀਏਟ ਕੀਤਾ ਹੈ। ਸੋ ਇਹ ਜਿਹੜੇ ਰਿਲੇਸ਼ਨ ਨੇ ਇੱਕ ਇਸ ਵੇਲੇ ਨਵਾਂ ਚੈਪਟਰ ਤਾਂ ਸਿਰਜ ਹੀ ਰਹੇ ਨੇ, ਪਰ ਤੁਸੀਂ ਕਿਵੇਂ ਦੇਖਦੇ ਹੋ ਇਸ ਹੈਲਥ ਦੇ ਸੈਕਟਰ ਦੇ ਵਿੱਚ ਇਸ ਵੇਲੇ ਇੰਡੋ US ਰਿਲੇਸ਼ਨਸ਼ਿਪ ਨੂੰ? ਦੇਖੋ, ਜਿਹੜੇ ਸਾਡੇ ਰਿਲੇਸ਼ਨਸ਼ਿਪ ਇਸ ਵੇਲੇ ਨੇ ਉਹ ਬਹੁਤ ਵਧੀਆ ਲੈਵਲ 'ਤੇ ਹੈਗੇ ਨੇ। ਇਨਫੈਕਟ ਇਸ ਸਾਲ 'ਚ ਕਿਸੇ ਕੰਟਰੀ 'ਚ ਅਗਰ ਪ੍ਰੈਜ਼ੀਡੈਂਟ ਟਰੰਪ ਗਏ ਨੇ ਤਾਂ ਉਹ ਇੰਡੀਆ 'ਚ ਗਏ ਨੇ, ਔਰ ਖਾਸ ਉਹ ਇੰਡੀਆ ਟ੍ਰਿਪ ਲਿਆ ਉਹਨਾਂ ਨੇ, ਔਰ ਉਹਨਾਂ ਦੇ ਕਲੋਜ਼ੈਸਟ ਫੈਮਿਲੀ ਮੈਂਬਰਸ ਵੀ ਨਾਲ ਗਏ। ਅਤੇ ਉਸ ਵਿਜ਼ਿਟ ਨੂੰ ਤੁਹਾਡੇ ਸਾਰੇ ਦਰਸ਼ਕਾਂ ਨੇ ਦੇਖਿਆ, ਇਸ ਕਰਕੇ ਮੈਨੂੰ ਰਿਪੀਟ ਕਰਨ ਦੀ ਉਹਦੀ ਲੋੜ ਹੈਗੀ ਨਹੀਂ। ਵਿਜ਼ਿਟ ਤੋਂ ਬਾਅਦ ਇਹ ਜਦੋਂ ਕ੍ਰਾਈਸਿਸ ਆਈ ਹੈ, ਇਹਦੇ 'ਚ ਵੀ ਸਾਡੀ ਦੋਵੇਂ ਕੰਟਰੀਜ਼ ਨੇ ਬੜਾ ਕਲੋਜ਼ ਰੋਲ ਪਲੇ ਕੀਤਾ ਹੈ ਔਰ ਕਰ ਰਹੇ ਨੇ, ਪਰਟੀਕੁਲਰਲੀ ਮੈਡੀਕਲ ਸੈਕਟਰ 'ਚ। ਕ੍ਰਾਈਸਿਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਪ੍ਰਾਈਮ ਮਿਨਿਸਟਰ ਮੋਦੀ ਨਾਲ ਗੱਲਬਾਤ ਕੀਤੀ ਹੈ। ਸਾਡੇ ਮੰਤਰੀ ਜੀ ਜੈ ਸ਼ੰਕਰ ਸਾਹਿਬ
ਇੱਥੋਂ ਸੈਕਟਰੀ ਆਫ ਸਟੇਟ ਨਾਲ ਗੱਲ ਕਰ ਰਹੇ ਨੇ ਔਰ ਫੋਰਨ ਸੈਕਟਰੀ ਇੱਥੋਂ ਦੇ ਡਿਪਟੀ ਸੈਕਟਰੀ ਆਫ ਸਟੇਟ ਜਿਹੜੇ ਟਾਸਕ ਫੋਰਸ ਦੇ ਮੈਂਬਰ ਨੇ ਉਹਨਾਂ ਨਾਲ ਰੈਗੂਲਰਲੀ ਗੱਲ ਕਰ ਰਹੇ ਹਾਂ ਤੇ ਅਸੀਂ ਵਾਈਟ ਹਾਊਸ ਨਾਲ ਔਰ ਸਟੇਟ ਡਿਪਾਰਟਮੈਂਟ ਨਾਲ ਔਰ ਬਾਕੀ ਦੀ ਜਿਹੜੀਆਂ ਸੰਸਥਾਵਾਂ ਨੇ ਇੱਥੇ ਉਹਨਾਂ ਨਾਲ ਕਲੋਜ਼ਲੀ ਕੋਆਪਰੇਟ ਕਰ ਰਹੇ ਹਾਂ। ਸਾਡੀ ਕੋਆਪਰੇਸ਼ਨ ਪਾਰਟਿਕੂਲਰਲੀ ਮੈਡੀਕਲ ਸੈਕਟਰ 'ਚ ਤੁਸੀਂ ਪੁੱਛੀ ਹੈ ਤੇ ਇਹ ਕਾਫੀ ਦੇਰ ਤੋਂ ਅੱਛੀ ਕੋਆਪਰੇਸ਼ਨ ਚੱਲ ਰਹੀ ਹੈ। ਸਾਡੇ ਸਾਇੰਟੀਫਿਕ ਇੰਸਟੀਟਿਊਸ਼ਨ 'ਚ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਤੇ ਇੱਥੇ NIH ਦੀ ਪੁਰਾਣੀ ਕੋਆਪਰੇਸ਼ਨ ਅੱਛੀ ਚੱਲ ਰਹੀ ਹੈ। ਕੁਝ ਸਾਲ ਪਹਿਲਾਂ ਹੀ ਵਾਇਰਸ ਦੇ ਏਰੀਆ 'ਚ ਅਸੀਂ ਕਲੋਜ਼ਲੀ ਕੋਆਪਰੇਟ ਕਰਕੇ ਇੱਕ ਇੰਜੈਕਸ਼ਨ ਬਣਾਇਆ ਸੀਗਾ ਜਿਹਦਾ ਨਾਂ ਰੋਟਾ ਵਾਇਰਸ ਹੈ, ਜਿਹੜਾ ਬੜਾ ਪਪੂਲਰ ਹੋਇਆ ਔਰ ਅਫਰੀਕਾ 'ਚ ਵੀ ਬਹੁਤ ਚੱਲਿਆ ਹੈ ਤੇ ਉਹ ਕੋਆਪਰੇਸ਼ਨ ਇਸ ਟਾਈਮ ਤੇ ਕਰੋਨਾ ਵਾਇਰਸ 'ਚ ਵੀ ਕੰਮ ਆ ਰਹੀ ਹੈ। ਇਹ 3 ਸੈਕਟਰਸ 'ਚ ਮੈਡੀਕਲ 'ਚ ਅਸੀਂ ਕਲੋਜ਼ਲੀ ਕੰਮ ਕਰ ਰਹੇ ਹਾਂ। ਪਹਿਲਾ ਆਫ ਕੋਰਸ ਤੁਸੀਂ ਮੈਂਸ਼ਨ ਕੀਤਾ ਕਿ ਇੰਡੀਆ 'ਚ ਇੱਕ ਸਪੈਸੀਫਿਕ ਕਲੋਰੋਕੁਇਨ ਦੇ ਡੈਰੀਵੇਟਿਵਸ ਤੇ ਕਾਫੀ ਕੰਮ ਹੈ। ਇਨਫੈਕਟ ਜ਼ਿਆਦਾ ਪ੍ਰੋਡਕਸ਼ਨ ਇੰਡੀਆ 'ਚ ਹੈਗੀ ਹੈ। ਸਾਨੂੰ ਅਮਰੀਕਨ ਰਾਸ਼ਟਰਪਤੀ ਨੇ ਰਿਕੁਐਸਟ ਕੀਤੀ ਔਰ ਉਹ ਸਪੈਸ਼ਲ ਕੰਸਾਈਨਮੈਂਟ ਇੱਥੇ ਗਈ। ਹੋਰ ਵੀ ਚੀਜ਼ਾਂ 'ਚ ਜਿਹੜੀ ਸਪਲਾਈ ਚੇਨ ਹੈ ਉਹਦੇ 'ਚ ਇੰਡੀਆ ਇੰਪੋਰਟੈਂਟ ਪਾਰਟਨਰ ਹੈ ਔਰ ਇਹ ਜ਼ਰੂਰੀ ਟਾਈਮ ਹੈ। ਇਸ ਟਾਈਮ ਤੇ ਅਮਰੀਕਾ ਨੂੰ ਜ਼ਰੂਰਤ ਹੈ ਤੇ ਐਜ਼ ਰਿਲਾਇਬਲ ਪਾਰਟਨਰ ਇੰਡੀਆ ਨਾਲ ਖੜਾ ਹੋ ਰਿਹਾ ਹੈ। ਲੇਕਿਨ ਦੂਸਰਾ ਏਰੀਆ ਹੈਗਾ ਰਿਸਰਚ ਦਾ ਔਰ ਰਿਸਰਚ 'ਚੋਂ ਇੱਕ ਮੈਡੀਸਿਨ ਨਿਕਲ ਰਹੀ ਹੈ। ਮੈਡੀਸਿਨ 'ਚ ਵੀ ਸਾਡਾ ਕਲੋਜ਼ ਕੋਆਪਰੇਸ਼ਨ ਹੈਗਾ ਔਰ 3-4-5 ਮਹੀਨਿਆਂ 'ਚ ਇੱਕ ਇੰਜੈਕਸ਼ਨ ਨਿਕਲੇਗਾ ਕਿਉਂਕਿ ਇਹ ਜਿਹੜੀ ਫਾਈਟ ਹੈ ਇਹ ਲੌਂਗ ਟਰਮ ਫਾਈਟ ਹੈਗੀ ਹੈ। ਇਹ ਕਰੋਨਾ ਵਾਇਰਸ ਫਿਰ ਆਏਗਾ ਲੇਕਿਨ ਜਦੋਂ ਫਾਈਨਲੀ ਇੰਜੈਕਸ਼ਨ ਨਿਕਲ ਜਾਏਗਾ ਉਹ ਫਿਰ ਉਹਨੂੰ ਕੰਟਰੋਲ ਕਰ ਲਏਗਾ। ਇਸ ਕਰਕੇ USA ਨਾਲ ਕੋਆਪਰੇਸ਼ਨ ਸਾਡੇ ਵੀ ਲੌਂਗ ਟਰਮ ਇੰਟਰਸਟ ਹੈਗੀ ਹੈ ਤੇ ਐਜ਼ ਫਾਰ ਐਜ਼ ਬਾਕੀ ਇਕਵਿਪਮੈਂਟ ਸਪੈਸ਼ਲੀ ਡਾਇਗਨੋਸਟਿਕ ਇਕਵਿਪਮੈਂਟ ਆਲਰੇਡੀ ਸਾਡੀਆਂ ਕੰਪਨੀਜ਼ ਆਰ ਇਨ ਟੱਚ ਵਿਦ ਦ ਅਮਰੀਕਨ ਕੰਪਨੀਜ਼ ਐਂਡ ਲੋਟ ਆਫ ਦੈਟ ਡਾਇਗਨੋਸਟਿਕ ਇਕਵਿਪਮੈਂਟ ਇਜ਼ ਕਮਿੰਗ ਫਰੋਮ ਹੇਅਰ। ਇਸ ਵੇਲੇ ਜਿਹੜੀ ਆ ਸਾਰੀ ਸਿਚੁਏਸ਼ਨ ਚੱਲ ਰਹੀ ਹੈ ਇਹਦੇ ਵਿੱਚ ਬਹੁਤ ਜਗ੍ਹਾ ਦੇ ਉੱਤੇ ਲੰਗਰ ਲਾਏ ਨੇ ਸਾਡੇ ਯੂਨਾਈਟਿਡ ਸਟੇਟਸ ਡਿਫਰੈਂਟ ਆਰਗੇਨਾਈਜੇਸ਼ਨਸ ਐਜ਼ ਯੂ ਆਲਸੋ ਮੈਂਸ਼ਨਡ ਇਨ ਯੋਰ ਮੈਸੇਜ। ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਸਿੱਖ ਭਾਈਚਾਰੇ ਨੂੰ ਹੋਰ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਆ ਖਾਸ ਕਰਕੇ ਇਸ ਸੰਕਟ ਦੀ ਘੜੀ ਦੇ ਵਿੱਚ ਅਮਰੀਕਾ 'ਚ ਰਹਿੰਦੇ ਆ? ਦੇਖੋ ਇਹ ਮੌਕਾ ਬੜਾ ਇੱਕ ਚੈਲੰਜ ਹੈਗਾ ਔਰ ਚੈਲੰਜ ਤੋਂ ਹੀ ਓਪਰਚੁਨਿਟੀ ਮਿਲਦੀ ਹੈ। ਜਿਹੜੀਆਂ ਸਾਡੀਆਂ ਸਿੱਖ ਸਕ੍ਰਿਪਚਰਸ ਨੇ ਸਾਡੀ ਗੁਰਬਾਣੀ ਹੈ ਉਹਦੇ 'ਚ ਇੱਕ ਬਹੁਤ ਪੋਜ਼ਿਟਿਵਿਟੀ ਹੈਗੀ ਹੈ। ਅਸੀਂ ਖੁਦ ਭੁੱਲ ਜਾਂਦੇ ਹਾਂ ਕਿ ਕਿੰਨੀ ਪੋਜ਼ਿਟਿਵਿਟੀ ਹੈਗੀ ਹੈ। ਮੈਂ ਉਸ ਮੈਸੇਜ 'ਚ ਇਹੋ ਹੀ ਕਿਹਾ ਸੀ ਔਰ ਮੇਰੀ ਫਿਰ ਇਹੋ ਹੀ ਰਿਕੁਐਸਟ ਹੈ ਕਿ ਜਿੰਨੇ ਲੋਕ ਵਿਆਖਿਆ ਕਰਦੇ ਨੇ ਔਰ ਜਿਨ੍ਹਾਂ ਨੂੰ ਅੱਗੇ ਸਮਝਾਉਂਦੇ ਨੇ ਕਿ ਤੁਸੀਂ ਪਲੀਜ਼ ਜਿਹੜੀ ਪੋਜ਼ਿਟਿਵਿਟੀ ਸਿੱਖ ਰਿਲੀਜਨ ਦੀ ਹੈਗੀ ਹੈ ਜਿਹੜੀ ਸਟਰੈਂਥ ਦਿੰਦੀ ਹੈ ਇੰਟਰਨਲ ਸਟਰੈਂਥ ਦਿੰਦੀ ਹੈ ਕਿਉਂਕਿ ਇਸ ਟਾਈਮ ਤੇ ਫੈਮਲੀਜ਼ ਇਕੱਲੀਆਂ ਰਹਿ ਰਹੀਆਂ ਨੇ ਕਈ ਚੀਜ਼ਾਂ ਦੀ ਪ੍ਰੋਬਲਮ ਹੁੰਦੀ ਹੈ ਕਈਆਂ ਨੂੰ ਡਿਪਰੈਸ਼ਨ ਹੋ ਜਾਂਦਾ ਹੈ ਉਹ ਸਟਰੈਂਥ ਗੁਰਬਾਣੀ 'ਚੋਂ ਮਿਲਦੀ ਹੈ। ਮੈਂ ਸਭ ਨੂੰ ਇਹੋ ਹੀ ਐਡਵਾਈਸ ਦਿੱਤੀ ਹੈ ਕਿ ਥੋੜ੍ਹਾ ਚਿਰ ਟਾਈਮ ਕੱਢ ਕੇ ਘਰ 'ਚ ਕੀਰਤਨ ਸੁਣੋ ਔਰ ਉਹ ਵਿਆਖਿਆ ਨੂੰ ਸਮਝ ਕੇ ਆਪਣੇ ਬਾਲ ਬੱਚਿਆਂ ਨੂੰ ਵੀ ਸਮਝਾਓ ਔਰ ਉਹਦੇ ਬਾਅਦ ਕਮਿਊਨਿਟੀ 'ਚ ਬਾਹਰ ਲੋਕਾਂ ਨੂੰ ਦੱਸੋ ਔਰ ਬਰੋਡਰ ਅਮਰੀਕਾ 'ਚ ਵੀ ਇਹ ਓਪਰਚੁਨਿਟੀ ਹੈ ਜਿਹੜੀ ਸਟਰੈਂਥ ਸਾਨੂੰ ਇੰਟਰਨਲੀ ਮਿਲਦੀ ਹੈ ਉਹ ਅਸੀਂ ਬਾਕੀਆਂ ਨਾਲ ਸ਼ੇਅਰ ਕਰੀਏ। ਇਸ ਕਰਕੇ ਜੋ ਸਾਡਾ ਰਿਲੀਜਨ ਦਾ ਬੜਾ ਇੰਪੋਰਟੈਂਟ ਐਸਪੈਕਟ ਇੱਕ ਸਰਵਿਸ ਦਾ ਹੈਗਾ ਹੈ ਸਾਰੇ ਗੁਰੂ ਸਾਹਿਬਾਂ ਨੇ ਇਹ ਸਮਝਾਇਆ ਹੈ ਔਰ ਉਹ ਸਾਨੂੰ ਇਸ ਮੌਕੇ ਤੇ ਇਨ ਫਰੰਟ ਲਿਆਉਣਾ ਚਾਹੀਦਾ ਔਰ ਜਿੱਥੇ ਵੀ ਜਿਸ ਤਰ੍ਹਾਂ ਵੀ ਅਸੀਂ ਸਰਵਿਸ ਕਰ ਸਕਦੇ ਹਾਂ ਈਵਨ ਇਨ ਟਰਮਸ ਆਫ ਆਈਡੀਆਜ਼ ਇਨ ਟਰਮਸ ਆਫ ਐਜ਼ ਆਈ ਸੈਡ virtues which come out of the Sikh religion which is one of the youngest religions ਉਹ ਸਾਨੂੰ ਅੱਗੇ ਲਿਆਉਣੀ ਚਾਹੀਦੀ ਔਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ। ਉਹ ਸਟਰੈਂਥ ਆਪਸ 'ਚ ਅਸੀਂ ਕੱਢੀਏ ਔਰ ਬਾਕੀਆਂ ਨਾਲ ਵੀ ਸ਼ੇਅਰ ਕਰੀਏ। ਇਹ ਮੇਰਾ ਮੇਨ ਮੈਸੇਜ ਸੀਗਾ। ਮੇਰਾ ਲਾਸਟ ਕੁਐਸਚਨ ਹੈ 2014 ਦੇ ਵਿੱਚ ਜਦੋਂ ਤੁਸੀਂ ਇੱਥੇ ਸੀਗੇ ਐਜ਼ ਏ DCM ਉਦੋਂ ਇੱਕ ਬਹੁਤ ਵੱਡਾ ਬਦਲਾਅ ਆਇਆ ਸੀਗਾ ਅੰਬੈਸੀ ਅਤੇ ਸਿੱਖਾਂ ਦੇ ਰਿਲੇਸ਼ਨਸ਼ਿਪ ਦੇ ਵਿੱਚ। ਮੋਦੀ ਜੀ ਨਾਲ ਮੀਟਿੰਗਸ ਹੋਈਆਂ ਔਰ
ਤੁਹਾਡੇ ਨਾਲ ਜਿੰਨੀ ਕੁ ਵਾਰੀ ਮੇਰੀ ਗੱਲ ਹੋਈ ਐਜ਼ ਅ ਮੀਡੀਆ ਪਰਸਨ ਜਾਂ ਉਸ ਤਰ੍ਹਾਂ ਵੀ, ਤੇ ਤੁਹਾਡਾ ਬੜਾ ਇੱਕ ਜ਼ੋਰ ਦੇ ਕੇ ਤੁਸੀਂ ਬਲ ਦਿੰਦੇ ਸੀਗੇ ਕਿ ਸਾਨੂੰ ਸਿੱਖ ਯੂਥ ਨੂੰ ਇੰਡੀਆ ਲੈ ਕੇ ਜਾਈਏ, ਉਹਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜੀਏ। ਔਰ ਜਿਹੜੀਆਂ ਗੱਲਾਂ ਉਦੋਂ ਸ਼ੁਰੂ ਹੋਈਆਂ ਸੀਗੀਆਂ, ਚਾਹੇ ਉਹ ਕਿਸੇ ਵੀ ਲੈਵਲ ਦੀਆਂ ਨੇ, ਬੇਸ਼ੱਕ ਉਹ ਅਸਾਈਲਮ ਦੇ ਖੇਤਰ ਸੀਗੀਆਂ, ਪਾਸਪੋਰਟ ਦੇਣ ਵਾਲੀਆਂ ਸੀਗੀਆਂ, ਉਹਨਾਂ ਦੇ ਵਿੱਚ ਸਾਡੇ ਦਰਸ਼ਕਾਂ ਨੇ ਦੇਖਿਆ ਕਿ ਉਹ ਚੀਜ਼ਾਂ ਮੰਨੀਆਂ ਵੀ ਗਈਆਂ ਨੇ। ਉਦੋਂ ਤੁਸੀਂ DCM ਸੀਗੇ, ਡਿਪਟੀ ਅੰਬੈਸਡਰ, ਹੁਣ ਅੰਬੈਸਡਰ ਦੀ ਕਪੈਸਿਟੀ 'ਚ ਇੱਥੇ। ਔਰ ਜਦੋਂ ਤੁਸੀਂ ਜਾਣਾ ਸੀ, ਅਸੀਂ ਉਦੋਂ ਵੀ ਦੁਆ ਮੰਗੀ ਸੀ ਕਿ ਵਾਪਸ ਆਓ ਅਤੇ ਜਿਹੜੇ ਸਿੱਖਾਂ ਦੀਆਂ ਰਹਿੰਦੀਆਂ ਮੰਗਾਂ ਨੇ ਉਹ ਵੀ ਅਸੀਂ ਕਹੀਏ ਕਿ ਇੱਕ ਸਿੱਖ ਦੇ ਹੱਥੋਂ ਪੂਰੀਆਂ ਹੋਈਆਂ ਨੇ। ਕੀ ਕਹੋਗੇ ਇਹਦੇ ਬਾਰੇ? ਦੇਖੋ ਧੰਨਵਾਦ ਸਾਹਿਬ, ਸਿੱਖ ਕਮਿਊਨਿਟੀ ਇੱਕ ਬੜੀ ਪ੍ਰੋਮੀਨੈਂਟ ਪਾਰਟ ਹੈ ਆਫ ਦ ਇੰਡੀਅਨ ਕਮਿਊਨਿਟੀ। ਇਹਦੇ 'ਚ ਕੋਈ ਕਿਸੇ ਨੂੰ ਸ਼ੱਕ ਨਹੀਂ ਹੋਣਾ ਚਾਹੀਦਾ। ਦੇਖੋ ਮੈਂ ਵੀ ਅੱਜ ਤੁਹਾਡੇ ਸਾਹਮਣੇ ਖੜਾ ਹਾਂ, I am part of the Indian bureaucracy and I am proudly standing here in front of you. ਇਸ ਕਰਕੇ ਜਿਹੜੇ ਵੀ ਸਿੱਖ ਇੱਥੇ ਵਸੇ ਨੇ, ਇੱਕ ਗੱਲ ਦੀ ਕਲੈਰਿਟੀ ਰੱਖੋ ਆਪਣੇ ਦਿਮਾਗ 'ਚ ਕਿ you are prominent part of the Indian community and you are most welcome into India and you must stay connected with India। ਔਰ ਜਿਹੜੇ ਤੁਹਾਡੇ ਬਾਲ ਬੱਚੇ ਨੇ ਉਹਨਾਂ ਨੂੰ ਜ਼ਰੂਰ ਕਨੈਕਟ ਕਰਵਾਓ। ਮੈਂ ਉਦੋਂ ਵੀ ਤੁਹਾਨੂੰ ਯਾਦ ਹੋਏਗਾ, ਮੈਂ ਇਹ ਬਾਰ-ਬਾਰ ਕਹਿੰਦਾ ਸੀਗਾ ਕਿ ਜਦੋਂ ਇਕਨੋਮਿਕ ਟਰਨ ਅਰਾਊਂਡ ਹੋਏਗਾ, ਔਰ ਹੁਣ ਹੋਰ ਵੀ ਰੈਲੇਵੈਂਟ ਹੈ, ਜਦੋਂ ਇਕਨੋਮਿਕ ਟਰਨ ਅਰਾਊਂਡ ਹੋਏਗਾ, ਤੁਸੀਂ IMF ਦੀ, ਵਰਲਡ ਬੈਂਕ ਦੀ ਪ੍ਰੋਜੈਕਸ਼ਨਸ ਦੇਖ ਲਓ, ਫਿਊਚਰ ਇਕਨੋਮਿਕ ਡਰਾਈਵ ਇੰਡੀਆ 'ਚੋਂ ਨਿਕਲੇਗੀ ਔਰ ਤੁਹਾਡੇ ਬੱਚਿਆਂ ਨੂੰ ਇੰਡੀਆ ਨਾਲ ਜੁੜਿਆ ਹੋਣਾ ਚਾਹੀਦਾ ਹੈ ਉਦੋਂ ਤੱਕ। Not only in terms of emotional, cultural, social links, but also in terms of economic progress। ਅਗਰ ਉਹ ਜੁੜੇ ਹੋਣਗੇ ਤਾਂ they will be able to bring their utility in front and international companies will use them। ਉਹ ਤਾਂ ਉਸ ਸਾਈਡ ਤੇ ਹੋ ਗਿਆ। ਦੂਸਰਾ ਜਿਹੜਾ ਤੁਹਾਨੂੰ ਯਾਦ ਹੈ 14 'ਚ ਅਸੀਂ ਸ਼ੁਰੂ ਕੀਤਾ ਸੀ, ਜਿਹੜੀਆਂ ਪ੍ਰੋਬਲਮਸ ਨੇ, ਔਰ ਮੈਂ ਦੁਬਾਰਾ ਰਿਪੀਟ ਕਰਦਾ ਹਾਂ ਔਰ ਮੈਂ ਤੁਹਾਨੂੰ ਅਸ਼ੋਰੈਂਸ ਦਿੰਦਾ ਹੈ ਕਿ ਜਿਹੜੀਆਂ ਵੀ ਪ੍ਰੋਬਲਮਸ ਨੇ ਉਹ ਸਾਡੇ ਨਾਲ ਆ ਕੇ ਤੁਸੀਂ ਡਿਸਕਸ ਕਰੋ। ਕੋਈ ਐਸੀ ਪ੍ਰੋਬਲਮ ਨਹੀਂ ਹੈ ਜਿਹੜੀ ਇੰਡੀਆ 'ਚ ਇਸ ਟਾਈਮ 'ਤੇ ਤੁਹਾਨੂੰ ਕਿਸੇ ਤਰ੍ਹਾਂ ਇਨਹਿਬਿਟ ਕਰਦੀ ਹੈ। ਵੀ ਵੁੱਡ ਲਾਈਕ ਟੂ ਰੀਚ ਆਊਟ ਟੂ ਦ ਕਮਿਊਨਿਟੀ ਐਂਡ ਐਰਕਾਂ ਵਿਸਾਖੀ ਦਾ ਅਸੀਂ ਆਲਵੇਜ਼ ਵੱਡਾ ਪ੍ਰੋਗਰਾਮ ਕਰਦੇ ਸੀ। ਅਨਫੋਰਚੂਨੇਟਲੀ ਡਿਊ ਟੂ ਦ ਸਿਚੁਏਸ਼ਨ ਕਰ ਨਹੀਂ ਪਾਏ। ਜਦੋਂ ਵੀ ਸਾਨੂੰ ਅਗਲਾ ਮੌਕਾ ਮਿਲੇਗਾ ਜ਼ਰੂਰ। ਔਰ ਪਰਸਨਲੀ ਜਿੰਨੀ ਸਿੱਖ ਕਮਿਊਨਿਟੀ ਹੈ ਉਹਨਾਂ ਨੂੰ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਉਹ ਪ੍ਰੋਮੀਨੈਂਟ ਪਾਰਟ ਆਫ US ਸਿਸਟਮ ਹੋਣ, ਆਪਣੇ ਬਾਲ ਬੱਚਿਆਂ ਨੂੰ ਵੀ ਸਰਵਿਸ 'ਚ ਲਗਾਉਣ, ਅਤੇ ਜਿੱਥੋਂ ਲੋਕਾਂ ਨੂੰ ਪਤਾ ਲੱਗੇ ਕਿ ਦੇਖੋ ਇਹ ਬੜੀ ਪ੍ਰੋਡਕਟਿਵ ਔਰ ਪੋਜ਼ੀਟਿਵ ਕਮਿਊਨਿਟੀ ਹੈ। ਐਂਡ ਐਜ਼ ਫਾਰ ਐਜ਼ ਯੋਰ ਇਸ਼ੂਜ਼ ਵਿਦ ਇੰਡੀਆ ਆਰ ਕੰਸਰਨਡ, ਵੀ ਆਰ ਵੈਰੀ ਮੱਚ ਹੇਅਰ। ਮੇਰੇ ਹਿਸਾਬ ਨਾਲ ਕੋਈ ਇਸ਼ੂਜ਼ ਹੈਗੇ ਨਹੀਂ, ਔਰ ਅਗਰ ਕੋਈ ਇਸ਼ੂਜ਼ ਹੈਗੇ ਨੇ ਤਾਂ ਅਸੀਂ ਉਹਨਾਂ ਨੂੰ ਰਿਜ਼ੋਲਵ ਕਰਾਂਗੇ। ਜੋ ਵੀ ਤੁਹਾਨੂੰ ਵੀਜ਼ੇ ਦੀ ਔਰ ਦੂਸਰੀਆਂ ਪ੍ਰੋਬਲਮਸ ਆ ਰਹੀਆਂ ਨੇ, ਯੂ ਕੈਨ ਰੈਸਟ ਅਸ਼ੋਰਡ ਕਿ ਸਾਡਾ ਫੋਕਸ ਰਹੇਗਾ ਟੂ ਸਰਵ ਦ ਕਮਿਊਨਿਟੀ। ਔਰ ਅਸੀਂ ਓਪਨ ਹਾਊਸਿਸ ਕਰਾਂਗੇ, ਅਸੀਂ ਇੰਟਰੈਕਸ਼ਨ ਕਰਾਂਗੇ ਐਜ਼ ਸੂਨ ਐਜ਼ ਦ ਸਿਚੁਏਸ਼ਨ ਬਿਕਮਸ ਨਾਰਮਲ। ਜਿੰਨੀ ਦ੍ਰਿੜਤਾ ਦੇ ਨਾਲ ਅੰਬੈਸਡਰ ਤਰਨਜੀਤ ਸੰਧੂ ਹੋਰੀ ਆਪਣੀਆਂ ਇਹਨਾਂ ਗੱਲਾਂ ਜਿਹੜੀਆਂ ਪਿੱਛੇ ਪੂਰੀਆਂ ਕੀਤੀਆਂ ਉਹਨਾਂ ਦੇ ਬਾਰੇ ਦੱਸ ਰਹੇ ਨੇ, ਅਤੇ ਜਿਸ ਤਰ੍ਹਾਂ ਨਾਲ ਆਉਂਦੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਇੱਥੇ ਹੁੰਦਿਆਂ ਮਸਲਿਆਂ ਨੂੰ ਸੋਲਵ ਕਰ ਸਕਦੇ ਹਾਂ, ਮੇਰੇ ਖਿਆਲ ਦੇ ਵਿੱਚ ਇਹ ਭਾਈਚਾਰੇ ਲਈ ਇੱਕ ਚੰਗਾ ਮੌਕਾ ਹੈ। ਔਰ ਖ਼ਾਸ ਕਰਕੇ ਜਦੋਂ ਇਸ ਵੇਲੇ ਕਰੋਨਾ ਵਾਇਰਸ ਦੇ ਮੌਕੇ ਦੇ ਉੱਤੇ ਅੰਬੈਸੀ ਚੰਗੀ ਭੂਮਿਕਾ ਨਿਭਾ ਰਹੀ ਆ, ਉਹਦੇ ਵਾਸਤੇ ਤੁਹਾਡਾ ਧੰਨਵਾਦ ਵੀ, ਔਰ ਤੁਹਾਡਾ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਔਰ ਤੁਹਾਡੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਥੈਂਕ ਯੂ ਸੋ ਮਚ ਸਰ। ਇਹ ਸਨ ਅੰਬੈਸਡਰ ਤਰਨਜੀਤ ਸੰਧੂ। ਵੱਖ-ਵੱਖ ਜਿਹੜੇ ਸਾਡੇ ਕੰਸਰਨ ਅਤੇ ਇਸ਼ੂ ਸੀ ਉਹਨਾਂ ਦੇ ਬਾਰੇ ਉਹਨਾਂ ਨੇ ਬੜੀ ਖੁੱਲ੍ਹ ਕੇ ਬੇਬਾਕੀ ਦੇ ਨਾਲ ਅਤੇ ਬੜੀ ਡੀਟੇਲ ਦੇ ਵਿੱਚ ਜਵਾਬ ਦਿੱਤੇ ਨੇ। ਹਾਲਾਂਕਿ ਅਸੀਂ ਆਪਣੇ ਬਹੁਤ ਸਾਰੇ ਇਸ਼ੂ ਇਹਨਾਂ ਦੇ ਸਾਹਮਣੇ ਪਹਿਲੋਂ ਵੀ ਲੈ ਕੇ ਆਏ ਸੀ, 2014 ਤੋਂ ਲੈ ਕੇ ਹੁਣ ਤੱਕ ਇਹਨਾਂ ਸਾਰੇ ਇਸ਼ੂਜ਼ ਦੇ ਬਾਰੇ ਗੱਲਬਾਤ ਚੱਲਦੀ ਹੈ। ਬਹੁਤ ਸਾਰੇ ਸੋਲਵ ਹੋਏ ਨੇ, ਜਿਹੜੇ ਹੋਰ ਸੋਲਵ ਹੋਣ ਵਾਲੇ ਰਹਿੰਦੇ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਓਪਨ ਆਫਰ ਦਿੱਤੀ ਹੈ ਕਿ ਸਾਡੇ ਨਾਲ ਆ ਕੇ ਗੱਲ ਕਰੋ। ਇਹ ਭਾਈਚਾਰਾ ਕਦੋਂ ਕਿਸ ਤਰੀਕੇ ਨਾਲ ਆਪਣੇ ਸਾਰੇ ਉਹਨਾਂ ਸਮੱਸਿਆਵਾਂ, ਕੰਸਰਨਸ ਅਤੇ ਇਸ਼ੂ ਨੂੰ ਸਮੇਟਦਾ ਹੈ ਅਤੇ ਇੱਕ ਨਵੇਂ ਅਧਿਆਏ ਦਾ ਆਰੰਭ ਕਰਦਾ ਹੈ, ਇਹ ਆਉਂਦੇ ਦਿਨਾਂ ਦੇ ਵਿੱਚ ਅਸੀਂ ਫਿਰ ਵੇਖਾਂਗੇ ਔਰ ਇਹਦੇ 'ਤੇ ਫਿਰ ਮੁੱਦਾ ਲੈ ਕੇ ਆਵਾਂਗੇ। ਫਿਲਹਾਲ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਤੁਹਾਡਾ PTC ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਹੈ।